ਸਤ ਸੰਗਤ ਜੀਓ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਲਾਹੀ ਬੋਲ ਭਗਤ ਕਬੀਰ ਸਾਹਿਬ ਜੀ ਦੇ ਇੱਕ ਆਲਮ ਫਾਜ਼ਲ ਪੰਡਿਤ ਕਬੀਰ ਸਾਹਿਬ ਨੂੰ ਸਵਾਲ ਪੁੱਛਦੇ ਹਨ ਔਰ ਕਹਿੰਦੇ ਨੇ, ਮਹਾਰਾਜ ਮੈਂ ਬਹੁਤ ਵਿਦਵਾਨ ਹਾਂ, ਆਲਮ ਫਾਜ਼ਲ, ਤੇ ਪ੍ਰਭੂ ਦੀ ਰਹਿਮਤ ਮੇਰੇ ਤੇ ਤਾਂ ਅਵਸ਼ੀ ਹੋਵੇਗੀ, ਕਿਉਂਕਿ ਮੈਂ ਕਿਤਨੇ ਹੀ ਸ਼ਾਸਤਰ ਪੜ੍ਹੇ ਹਨ, ਧਾਰਮਿਕ ਗ੍ਰੰਥ ਦਾ ਪਠਨ ਪਾਠਨ ਕੀਤਾ ਹੈ। ਤਾਂ ਕਬੀਰ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਕੁਦਰਤ ਦਾ ਇੱਕ ਨਿਯਮ ਹੈ ਕਿ ਜਿੱਥੇ ਅੰਧਕਾਰ ਬਹੁਤਾ ਹੋਵੇ ਉੱਥੇ ਹਿੰਸਕ ਜਾਨਵਰ ਵਸਦੇ ਹਨ, ਜਿੱਥੇ ਅੰਧਕਾਰ ਔਰ ਜਿੱਥੇ ਪ੍ਰਕਾਸ਼ ਹੈ ਉੱਥੇ ਮਨੁੱਖ ਵਸਦੇ ਨੇ। ਇਤਨੀ ਗੱਲ ਤਾਂ ਸਮਝ ਹੈ। ਜੇ ਕਿਧਰੇ ਅੰਧਕਾਰ ਹੋਵੇ ਫਿਰ ਉਸ ਅੰਧਕਾਰ ਦੇ ਵਿੱਚ, ਜੰਗਲ ਦੇ ਵਿੱਚ, ਭਾਵੇਂ ਰਾਜਾ ਹੋਵੇ ਭਾਵੇਂ ਭਿਖਾਰੀ ਹੋਵੇ, ਦੋਵੇਂ ਹੀ ਡਰਦੇ ਨੇ, ਕਿਉਂਕਿ ਜੰਗਲ ਹੈ ਔਰ ਉਹ ਵੀ ਹਨੇਰਾ ਹੀ ਹਨੇਰਾ ਹੈ। ਰਾਜੇ ਨੂੰ ਵੀ ਖੌਫ ਹੁੰਦਾ ਹੈ, ਰੰਕ ਨੂੰ ਵੀ ਖੌਫ ਹੁੰਦਾ ਹੈ, ਔਰ ਪੂਰੀ ਰਾਤ ਬੇਚੈਨੀ ਦੇ ਵਿੱਚ ਹੀ ਗੁਜ਼ਰਦੀ ਹੈ, ਸੋ ਨਹੀਂ ਪਾਉਂਦੇ ਦੋਨੋਂ। ਤੇ ਪੰਡਿਤ ਕਹਿੰਦਾ ਹੈ, ਹਾਂ ਇਹ ਗੱਲ ਤਾਂ ਠੀਕ ਹੈ। ਤਾਂ ਕਬੀਰ ਸਾਹਿਬ ਮਹਾਰਾਜ ਕਹਿਣ ਲੱਗੇ, ਹੂਬਹੂ ਉਸੇ ਤਰ੍ਹਾਂ ਸਾਡੇ ਅੰਦਰ ਜੇ ਅੰਧਕਾਰ ਹੈ ਤੇ ਫਿਰ ਹਿੰਸਕ ਜਾਨਵਰ ਹੀ ਵਸਣਗੇ, ਦੇਵੀ ਗੁਣ ਕਦੇ ਨਹੀਂ ਪ੍ਰਗਟ ਹੋਣਗੇ, ਕਿਉਂਕਿ ਕ੍ਰੋਧ ਦਾ ਨਿਵਾਸ, ਲੋਭ ਦਾ ਨਿਵਾਸ, ਅਹੰਕਾਰ ਦਾ ਨਿਵਾਸ ਇਹ ਹਿੰਸਕ ਹਨ। ਜਿੱਥੇ ਅੰਧਕਾਰ ਹੈ ਉੱਥੇ ਇਹਨਾਂ ਦਾ ਨਿਵਾਸ ਹੈ। ਫਿਰ ਭਾਵੇਂ ਉਹ ਆਲਮ ਫਾਜ਼ਲ ਹੋਵੇ ਭਾਵੇਂ ਅਨਪੜ੍ਹ ਹੋਵੇ, ਕਿਉਂਕਿ ਜੇ ਵਿਦਵਾਨ ਪੁਰਸ਼ ਨੇ ਆਪਣੀ ਤਾਲੀਮ ਜੀਵਨ ਵਿੱਚ ਨਹੀਂ ਉਤਾਰੀ ਤੇ ਗੁਸਤਾਖੀ ਮਾਫ ਹੋ ਤਾਂ ਫਿਰ ਉਸੇ ਤਰ੍ਹਾਂ ਹੈ ਜਿਵੇਂ ਖੋਤੇ ਦੀ ਪਿੱਠ ਤੇ ਪੁਸਤਕਾਂ ਹੀ ਪੁਸਤਕਾਂ, ਪਰ ਖੋਤੇ ਨੂੰ ਖਬਰ ਹੀ ਨਹੀਂ। ਤਾਲੀਮ ਉਹ ਹੈ ਜੋ ਜੀਵਨ ਦੀ ਗਹਿਰਾਈ ਦੇ ਵਿੱਚ ਪਹੁੰਚ ਜਾਵੇ ਕਿ ਹਾਂ ਇਹ ਵਾਕਈ ਹੀ ਆਲਮ ਫਾਜ਼ਲ ਹੈ, ਇਹ ਵਾਕਈ ਵਿਦਵਾਨ ਹੈ। ਔਰ ਜੇ ਕਿਧਰੇ ਆਲਮ ਫਾਜ਼ਲ ਹੋਣ ਤੋਂ ਬਾਅਦ ਵੀ ਉਹਦੇ ਜੀਵਨ ਵਿੱਚ ਅੰਧਕਾਰ ਹੈ ਤੇ ਉਹ ਠੀਕ ਹੈ, ਅਨਪੜ੍ਹ ਜਿਹੜਾ ਓਮ ਦੀ ਧੁਨ ਉਚਾਰਨ ਕਰਦਾ ਹੈ ਔਰ ਅੰਦਰ ਪ੍ਰਕਾਸ਼ ਹੋ ਗਿਆ, ਜੋ ਵਾਹਿਗੁਰੂ ਵਾਹਿਗੁਰੂ ਜਪਦਾ ਹੈ ਅੰਦਰ ਪ੍ਰਕਾਸ਼ ਹੋ ਗਿਆ। ਕਿਉਂਕਿ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਕਿ ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ। ਜੇ ਕਿਧਰੇ ਕੋਈ ਪੜ੍ਹਿਆ ਹੋਇਆ ਗੁਨਾਹ ਕਰਦਾ ਹੈ ਤਾਂ ਕਿਧਰੇ ਐਸਾ ਨਾ ਸਮਝ ਲੈਣਾ ਉਹਦੇ ਗੁਨਾਹ ਮਾਫ ਹੋ ਜਾਣਗੇ, ਤੇ ਜਿਹੜਾ ਓਮੀ ਸਾਧ ਹੈ, ਵਾਹਿਗੁਰੂ ਵਾਹਿਗੁਰੂ ਜਪਣ ਵਾਲਾ, ਓਮ ਓਮ ਜਪਣ ਵਾਲਾ, ਬਾਕੀ ਉਸਨੂੰ ਕੁਝ ਨਹੀਂ ਆਉਂਦਾ ਤੇ ਉਸ ਤੇ ਗੁਨਾਹ ਨਹੀਂ ਬਖਸ਼ੇ ਜਾਣਗੇ, ਐਸਾ ਨਹੀਂ ਹੈ।
ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋ ਗਿਆ ਉਹਨਾਂ ਦਾ ਜ਼ਿਕਰ ਧੰਨ ਕਬੀਰ ਸਾਹਿਬ ਕਰਦੇ ਨੇ। ਆਪ ਜੀ ਕਹਿੰਦੇ ਨੇ, ਅੰਧਕਾਰ ਸੁਖ ਕਬਹਿ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਮੈਂ ਫਿਰ ਅਰਜ਼ ਕਰਾਂ, ਜੀਵਨ ਵਿੱਚ ਅੰਧਕਾਰ ਹੋਵੇ ਫਿਰ ਰੋਣਾ ਪੈਂਦਾ ਹੈ। ਬੇਸ਼ੱਕ ਰਾਜਾ ਹੋਵੇ, ਉਹਦੇ ਕੋਲ ਦੁਨੀਆ ਭਰ ਦੇ ਪਦਾਰਥ ਹੋਣ, ਸੁੱਖ ਹੋਣ, ਪਰ ਉਸ ਨੂੰ ਵੀ ਰੋਣਾ ਪਏਗਾ, ਗਰੀਬ ਨੂੰ ਵੀ ਰੋਣਾ ਪਏਗਾ, ਕਿਉਂਕਿ ਅੰਦਰ ਅਗਿਆਨਤਾ ਹੈ, ਬੇਸਮਝੀ ਹੈ, ਅੰਧਕਾਰ ਹੈ। ਕਈ ਦਫਾ ਮੈਨੂੰ ਕਹਿਣਾ ਪੈ ਜਾਂਦਾ ਹੈ ਕਿ ਜਦੋਂ ਬਾਹਰ ਦਾ ਅੰਧਕਾਰ ਹੋਵੇ ਤਾਂ ਵੱਡੇ ਵੱਡੇ ਪਰਬਤ ਦਿਸਣੋਂ ਬੰਦ ਹੋ ਜਾਂਦੇ, ਵਿਸ਼ਾਲ ਦਰਿਆ ਦਿਸਣੋਂ ਬੰਦ ਹੋ ਜਾਂਦੇ, ਕਿਉਂਕਿ ਅੰਧਕਾਰ ਗਹਿਰਾ ਹੈ। ਕੋਲ ਬੈਠਾ ਹੋਇਆ ਮਨੁੱਖ ਦਿਸ ਨਹੀਂ ਪਾਉਂਦਾ, ਕਿਉਂਕਿ ਗਹਿਰਾ ਅੰਧਕਾਰ ਹੈ। ਜੇ ਮਨੁੱਖ ਦੇ ਅੰਤःਕਰਨ ਵਿੱਚ ਅੰਧਕਾਰ ਹੋਵੇ ਤਾਂ ਅੰਦਰ ਬੈਠਾ ਹੋਇਆ ਰੱਬ ਵੀ ਦਿਸਣੋਂ ਬੰਦ ਹੋ ਜਾਂਦਾ ਹੈ, ਕਿਉਂਕਿ ਹਨੇਰਾ ਹੈ, ਅੰਧਕਾਰ ਹੈ। ਫਿਰ ਬੇਸ਼ੱਕ ਉਹ ਰਾਜਾ ਹੈ, ਬੇਸ਼ੱਕ ਉਹ ਰੰਕ ਹੈ, ਰੋਣਾ ਪਏਗਾ, ਕਿਉਂਕਿ ਅੰਦਰ ਅੰਧਕਾਰ ਹੈ। ਹੁਣ ਇਹ ਸਵਾਲ ਸਾਹਮਣੇ ਆਉਂਦਾ ਹੈ ਕਿ ਅੰਧਕਾਰ ਖਤਮ ਕਿਵੇਂ ਹੋਵੇ? ਜਾਂ ਫਿਰ ਕਦੀ ਕਦਾਈ ਮਨੁੱਖ ਇਹ ਵੀ ਸੋਚ ਲੈਂਦਾ ਹੈ ਕਿ ਪਤਾ ਨਹੀਂ ਅੰਧਕਾਰ ਖਤਮ ਹੋਵੇਗਾ ਕਿ ਨਹੀਂ ਹੋਵੇਗਾ, ਗੱਲ ਬਣੇਗੀ ਕਿ ਨਹੀਂ ਬਣੇਗੀ। ਮੁਸਤਾਕੀ ਆਪ ਜੀ ਕਈ ਦਫਾ ਪੁੱਛ ਲੈਂਦੇ ਹੋ, ਗੱਲ ਬਣੇਗੀ ਕਿ ਨਹੀਂ ਬਣੇਗੀ, ਬਣ ਵੀ ਰਹੀ ਹੈ ਕਿ ਨਹੀਂ ਬਣ ਰਹੀ, ਜਾਂ ਅਜਾਈ ਲੱਗੇ ਹੋਏ ਆ ਸਿਮਰਨ ਸਾਧਨਾ ਤੇ। ਇੱਥੇ ਮੈਨੂੰ ਇੱਕ ਸੰਤ ਦੀ ਗੱਲ ਯਾਦ ਆ ਗਈ। ਇੱਕ ਸੰਤ ਨੂੰ ਕਿਸੇ ਨੇ ਆ ਕੇ ਕਹਿ ਦਿੱਤਾ ਕਿ ਮਹਾਰਾਜ, ਮੈਂ ਸਾਰੀ ਜ਼ਿੰਦਗੀ ਗੁਨਾਹ ਕੀਤੇ ਨੇ, ਮੈਨੂੰ ਨਹੀਂ ਲੱਗਦਾ ਮੇਰੇ ਗੁਨਾਹ ਬਖਸ਼ੇ ਜਾਣਗੇ, ਮੈਨੂੰ ਨਹੀਂ ਲੱਗਦਾ ਮੇਰਾ ਜੀਵਨ ਚੰਗਾ ਬਣ ਸਕਦਾ ਹੈ, ਮੈਨੂੰ ਨਹੀਂ ਲੱਗਦਾ। ਤਾਂ ਸੰਤ ਕਹਿੰਦਾ ਹੈ, ਤੇਰੇ ਸਵਾਲ ਦਾ ਮੈਂ ਜਵਾਬ ਦੇਵਾਂਗਾ, ਪਰ ਹੁਣ ਨਹੀਂ, ਰਾਤ ਵੇਲੇ। ਚੰਗਾ। ਜਦੋਂ ਰਾਤ ਆਉਂਦੀ ਹੈ ਤੇ ਉਹ ਸੰਤ ਕਹਿੰਦਾ ਹੈ ਉਸ ਮਨੁੱਖ ਨੂੰ ਕਿ ਉਹ ਸਾਹਮਣੇ ਜਿਹੜੀ ਹਵੇਲੀ ਹੈ, ਮੈਂ ਉਸ ਹਵੇਲੀ ਦੇ ਵਿੱਚ ਚੱਲ ਕੇ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ, ਪਰ ਉੱਥੇ ਹਨੇਰਾ ਹੈ। ਔਰ ਹਨੇਰਾ ਵੀ ਕਿਤਨਾ ਕਿ ਜਿੱਥੋਂ ਤੱਕ ਸਾਨੂੰ ਸਮਝ ਹੈ, ਸਾਡੇ ਦਾਦੇ ਪੜਦਾਦੇ ਗਾਹਾਂ ਉਹਨਾਂ ਦੇ ਦਾਦੇ ਪੜਦਾਦੇ ਕਿਹਾ ਕਰਦੇ ਸੀ ਕਿ ਇਸ ਹਵੇਲੀ ਦੇ ਵਿੱਚ ਕਦੇ ਦੀਵਾ ਬਲਿਆ ਹੀ ਨਹੀਂ ਹੈ, ਕਦੇ ਨਹੀਂ ਬੜਿਆ ਦੀਵਾ। तो इतना अंधकार है सदियों तो, कितने ही सालों तो, ते मैनू डर लगता है कि जे किधरे मैं इधर दीवा जगा भी लिया तो पता नहीं हनेरा मिटेगा कि नहीं मिटेगा। तो जिहड़ा सवाल पूछ रहा सी मनुख, वो कहता है संत जी ये तो बेहुदी गल है। बेशक हजार हजार सालों का हनेरा होवे, कोई परवाह नहीं है, दीवा जगा दवो, अंधेरा खत्म हो गया। तो संत जी कहने लगे, बस तेरे सवाल का जवाब भी यही है, यही भावें कितने भी गुनाह क्यों ना होना, गुरु का नाम लेंदे सारी गुनाह मिट जाते हैं। धन गुरु ग्रंथ साहिब दे बोल आप जी दे सामने रखा। अजराइल यार बंदे जिस तेरा आधार, गुनाह उसके सगल आफू, तेरे जन देखें दीदार। मैं फिर अर्ज करा,
ਉਹ ਪਰਿਪੂਰਨ ਪਰਮਾਤਮਾ ਅਜਰਾਇਲ ਜਿਸ ਦਾ ਯਾਰ ਹੋ ਜਾਵੇ, ਜਿਸ ਦਾ ਮਿੱਤਰ ਹੋ ਜਾਵੇ, ਉਹਦੇ ਤਾਂ ਗੁਨਾਹ ਹੀ ਮਾਫ ਹੋ ਜਾਂਦੇ ਨੇ। ਮਾਫ ਹੋ ਜਾਂਦੇ। ਤੋ ਜੀਵਨ ਵਿੱਚ ਜੋ ਅੰਧਕਾਰ ਹੈ ਉਹ ਕਿਵੇਂ ਖਤਮ ਹੋਵੇ? ਸਾਹਿਬ ਕਹਿੰਦੇ ਨੇ, ਕਬੀਰ ਜੀ ਕਹਿੰਦੇ ਨੇ, ਜੋ ਪੈ ਰਸਨਾ, ਜੇ ਕਿਧਰੇ ਰਸਨਾ ਜਪਣਾ ਸ਼ੁਰੂ ਕਰ ਦੇਵੇ, ਰਸਨਾ ਦੇ ਨਾਲ ਤੂੰ ਗਾਈ ਜਾ, ਜਪੀ ਜਪੀ। ਕੋਈ ਗੁਰਮੁਖ ਪ੍ਰੇਮੀ ਇੱਕ ਗੱਲ ਸੁਣਾ ਰਿਹਾ ਸੀ, ਕਹਿਣ ਲੱਗੇ, ਗਿਆਨੀ ਜੀ, ਕਿਸੇ ਵੇਲੇ ਸਾਨੂੰ ਸੰਤ ਜਰਨੈਲ ਸਿੰਘ ਜੀ ਡਰਾਵਾਲੇ, ਉਹਨਾਂ ਦੇ ਕੋਲ ਰਹਿਣ ਦਾ ਕਦੇ ਸਾਨੂੰ ਮੌਕਾ ਮਿਲਿਆ ਕੋਈ 2 ਦਿਨ। ਅਸੀਂ ਕਿਸੇ ਵੇਲੇ ਵੀ ਉੱਠ ਕੇ ਉਸ ਨੂੰ ਦੇਖਿਆ, ਭਾਵੇਂ ਅੱਧੀ ਰਾਤ ਹੋਵੇ, ਭਾਵੇਂ ਵੇਲਾ ਕੋਈ ਵੀ ਹੋਵੇ, ਜਦੋਂ ਵੀ ਉਹਦੇ ਕਮਰੇ ਦੇ ਵਿੱਚ ਗਏ ਆ, ਉਹਨਾਂ ਦੀ ਰਸਨਾ ਚੋਂ ਸਿਮਰਨ ਹੀ ਚੱਲ ਰਿਹਾ ਹੈ, ਉਹਨਾਂ ਦੇ ਬੁੱਲ ਹਿਲਦੇ ਹੀ ਪਏ ਨੇ, ਹਿਲਦੇ ਹੀ ਪਏ। ਸਿਮਰਨ ਸਾਧਨਾ ਇਤਨੀ ਮਜ਼ਬੂਤ ਹੋ ਗਈ ਕਿ ਬੇਸ਼ੱਕ ਸਰੀਰ ਆਰਾਮ ਕਰਦਾ ਪਿਆ ਹੈ, ਪਰ ਸਿਮਰਨ ਚੱਲ ਰਿਹਾ ਹੈ, ਚੱਲ ਰਿਹਾ। ਪਰ ਜਿਨ੍ਹਾਂ ਨੂੰ ਇਹ ਸਿਮਰਨ ਤੇ ਸਾਧਨਾ ਨਸੀਬ ਨਹੀਂ ਹੋਈ, ਤੇ ਫਿਰ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ, ਜੋ ਪੈ ਰਸਨਾ ਰਾਮ ਨਾ ਕਹੀਬੋ, ਰਾਮ ਨਹੀਂ ਨਿਕਲਿਆ, ਨਹੀਂ ਨਿਕਲਿਆ। ਔਰ ਗੁਸਤਾਖੀ ਮਾਫ ਨਹੀਂ ਨਿਕਲਦਾ। ਜੇ ਜੀਵਨ ਵਿੱਚ ਕਦੇ ਨਿਕਲਿਆ ਹੀ ਨਹੀਂ, ਬੁਢੇਪੇ ਵਿੱਚ ਕਿਵੇਂ ਨਿਕਲੇਗਾ, ਅਖੀਰ ਵਿੱਚ ਕਿਵੇਂ ਨਿਕਲੇਗਾ? ਇਸ ਕਰਕੇ ਰੋਜ਼ ਦੀ ਸਾਧਨਾ, ਰੋਜ਼ ਦੀ ਤਿਆਰੀ ਹੁੰਦੀ ਹੈ, ਜਪਦੇ ਜਪਦੇ। ਪਰ ਜੇ ਕਿਧਰੇ ਰਸਨਾ ਚੋਂ ਰਾਮ ਨਾ ਵੀ ਨਿਕਲੇ, ਤਾਂ ਫਿਰ ਕਹਿੰਦੇ ਨੇ, ਉਪਜਤ ਬਿਨਸਦ ਰੋਵਤ ਰਹੀਬ। ਕਬੀਰ ਸਾਹਿਬ ਦੇ ਬੋਲ ਨੇ, ਜਨਮ ਲੈਣਾ, ਉਪਜਤ, ਫਿਰ ਮਰ ਜਾਣਾ, ਔਰ ਮਰਨ ਤੋਂ ਬਾਅਦ ਫਿਰ ਕਦੇ ਇਹ ਨਾ ਸਮਝ ਲੈਣਾ ਕਿ ਹੁਣ ਗੱਲ ਖਤਮ ਹੋ ਗਈ, ਇਹ ਨਾ ਸਮਝ ਲੈਣਾ। ਹਾਲੇ ਤਾਂ ਕਥਾ ਸ਼ੁਰੂ ਹੋਈ ਹੈ, ਹਾਲੇ ਤਾਂ ਯਾਤਰਾ ਸ਼ੁਰੂ ਹੋਈ ਹੈ। ਔਰ ਅਸੀਂ ਕਹਿ ਦਿੰਦੇ ਹਾਂ ਕਿ ਸੰਸਾਰਿਕ ਯਾਤਰਾ ਸੰਪੂਰਨ ਕਰਕੇ ਆਪ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਗੁਸਤਾਖੀ ਮਾਫ, ਉਹ ਤਾਂ ਕਿਸੇ ਨੂੰ ਵੀ ਪਤਾ ਨਹੀਂ ਹੈ। ਪਰ ਧਾਰਮਿਕ ਗ੍ਰੰਥ ਕੀ ਕਹਿੰਦੇ ਨੇ? ਕਹਿੰਦੇ ਨੇ ਵਾਕਈ ਖਤਮ ਹੋ ਗਈ ਯਾਤਰਾ। ਸਾਹਿਬ ਕਹਿੰਦੇ ਨੇ, ਯਾਤਰਾ ਉਸ ਦੀ ਖਤਮ ਹੁੰਦੀ ਹੈ, ਯਾਤਰਾ ਉਸ ਦੀ ਪੂਰੀ ਹੁੰਦੀ ਹੈ ਜੋ ਜੀਂਦੇ ਜੀ ਸਾਧਨਾ ਕਰਕੇ ਸੰਪੂਰਨ ਹੋ ਗਿਆ, ਪੂਰਾ ਹੋ ਗਿਆ, ਜਿਸ ਨੂੰ ਅਸੀਂ ਕਹਿੰਦੇ ਹਾਂ ਇਹ ਪੂਰਨ ਪੁਰਸ਼ ਹੈ। ਬਸ ਪੂਰਨ ਪੁਰਸ਼ ਦਾ ਇਹੀ ਭਾਵ ਹੈ, ਇਹ ਪੂਰਾ ਹੋ ਗਿਆ, ਇਹ ਪੂਰਨ ਹੋ ਗਿਆ। ਨਹੀਂ ਤਾਂ ਪੁਰਸ਼ ਵਿੱਚ ਔਰ ਪੂਰਨ ਪੁਰਸ਼ ਵਿੱਚ ਕੀ ਫਰਕ ਹੈ? ਪੂਰਨ ਪੁਰਸ਼ ਉਸੇ ਨੂੰ ਕਹਿੰਦੇ ਆ ਜਿਸ ਨੇ ਸਾਧਨਾ ਕਰ ਕਰਕੇ ਪੂਰਨ ਹੋ ਗਿਆ। ਐਸੇ ਮਨੁੱਖ ਦੀ ਯਾਤਰਾ ਖਤਮ ਹੋ ਗਈ ਹੈ, ਪੂਰੀ ਹੋ ਗਈ। ਔਰ ਨਹੀਂ ਤਾਂ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ, ਜਨਮ ਲੈਣਾ, ਮਿਟ ਜਾਣਾ, ਫਿਰ ਜਨਮ ਲੈਣਾ, ਫਿਰ ਮਿਟ ਜਾਣਾ, ਪਰ ਇਸ ਜੀਵਨ ਦੇ ਦੌਰਾਨ ਰੋਂਦੇ ਹੀ ਰਹਿਣਾ, ਰੋਂਦੇ ਹੀ ਰਹਿਣਾ। ਕਈ ਦਫਾ ਲੋਕ ਕਹਿ ਦਿੰਦੇ ਨੇ, ਗਿਆਨੀ ਜੀ ਸਾਡੀ ਝੋਲੀ ਵਿੱਚ ਤਾਂ ਰੋਣਾ ਹੀ ਪਿਆ ਹੋਇਆ, ਸਾਡੇ ਨਸੀਬ ਦੇ ਵਿੱਚ ਤਾਂ ਕਦੇ ਖੁਸ਼ੀ ਹੈ ਹੀ ਨਹੀਂ, ਦੇਖੀ ਨਹੀਂ ਕਦੇ ਸੀ, ਕਹਿ ਦਿੰਦੇ। ਪਰ ਉਹਨਾਂ ਨੂੰ ਕੌਣ ਦੱਸੇ ਕਿ ਜੇ ਸਾਡੀ ਝੋਲੀ ਵਿੱਚ ਰੋਣਾ ਹੀ ਰੋਣਾ ਪਿਆ ਹੈ, ਤਾਂ ਗੁਸਤਾਖੀ ਮਾਫ, ਜ਼ਰੂਰ ਕੋਈ ਨਾ ਕੋਈ ਸਾਡੇ ਤੋਂ ਗੁਨਾਹ ਹੋਇਆ ਹੋਇਆ, ਕੋਈ ਨਾ ਕੋਈ ਕਮੀ ਰਹਿ ਗਈ ਹੈ, ਤਾਂ ਹੀ ਅਸੀਂ ਰੂਹੇ ਜ਼ਮੀਂ ਤੇ ਆਏ, ਕਮੀ ਰਹਿ ਗਈ। ਔਰ ਅੱਜ ਆਪ ਜੀ ਦੇ ਹੱਥ ਵਿੱਚ ਮੌਕਾ ਹੈ। ਮੈਂ ਕੱਲ ਵੀ ਗੱਲ ਕਹਿ ਰਿਹਾ ਸੀ, ਪੱਛਮ ਦਾ ਵਿਚਾਰਕ ਜੋ ਨੀਤਸੇ ਹੋਇਆ, ਉਹ ਕਹਿੰਦਾ ਹੈ ਕਿ ਜੀਵਨ ਦੇ ਵਿੱਚ ਮਨੁੱਖ ਵਾਸਤੇ ਉਹ ਦਿਨ ਅਭਾਗਾ ਦਿਨ ਹੋਵੇਗਾ ਜਿਸ ਦਿਨ ਉਹ ਆਪਣੇ ਜੀਵਨ ਦੇ ਬਾਰੇ ਸੋਚਣਾ ਬੰਦ ਕਰ ਦੇਵੇਗਾ, ਧਾਰਮਿਕ ਦੁਨੀਆ ਵੱਲ ਜਾਣਾ ਬੰਦ ਕਰ ਦੇਗਾ,
ਉਸ ਦਿਨ ਉਹਦੇ ਵਾਸਤੇ ਅਬਾਗਾ ਦਿਨ ਹੋਏਗਾ। ਕਿਉਂਕਿ ਮਨੁੱਖ ਦੇ ਵਿੱਚੋਂ ਬਹੁਤ ਸਾਰੀਆਂ ਕੁਝ ਐਸੀਆਂ ਅਵਸਥਾਵਾਂ ਹਨ ਜੋ ਮੈਂ ਅਕਸਰ ਜ਼ਿਕਰ ਕਰਨਾ, ਸੰਭਾਵਨਾ ਹਨ ਕਿ ਉਹ ਚਾਹੇ ਤਾਂ ਮਨੁੱਖ ਵੀ ਬਣ ਸਕਦਾ ਹੈ, ਚਾਹੇ ਤਾਂ ਪਸ਼ੂ ਵੀ ਬਣ ਸਕਦਾ ਹੈ, ਔਰ ਚਾਹੇ ਤਾਂ ਦੇਵਤਾ ਵੀ ਬਣ ਸਕਦਾ ਹੈ, ਚਾਹੇ ਤਾਂ ਉਹ ਨਿਰੰਕਾਰ ਵਿੱਚ ਲੀਨ ਵੀ ਹੋ ਸਕਦਾ ਹੈ। ਇਹ ਸਾਰੀਆਂ ਸੰਭਾਵਨਾ ਮੌਜੂਦ ਹਨ, ਪਰ ਉਹਦੇ ਵਾਸਤੇ ਸੰਗਤ ਵਿੱਚ ਬੈਠਣਾ ਲਾਜ਼ਮੀ ਹੈ। ਫਿਰ ਸੰਗਤ ਵਿੱਚ ਬੈਠ ਕੇ ਸੰਗ ਕਰਨਾ, ਨਹੀਂ ਤਾਂ ਬਹੁਤ ਦਫਾ ਸਤ ਸੰਗਤ ਵਿੱਚ ਬੈਠ ਕੇ ਵੀ ਗੁਸਤਾਖੀ ਮਾਫ ਝੂਠ ਦੀ ਸੰਗਤ ਹੋ ਜਾਂਦੀ ਹੈ। ਕਈ ਦਫਾ ਗੁਰਦੁਆਰੇ ਰੋਜ਼ ਗਏ, ਮੰਦਿਰ ਰੋਜ਼ ਗਏ, ਬੈਠੇ ਹਾਂ ਸਤ ਦੀ ਸੰਗਤ ਵਿੱਚ, ਪਰ ਝੂਠ ਦੀ ਸੰਗਤ ਕਬੂਲ ਕਰ ਲੈਂਦੇ ਹਾਂ, ਸੱਚ ਨੂੰ ਛੱਡ ਦਿੰਦੇ। ਬਾਓ ਉਹੀ ਝਗੜਾ, ਉਹੀ ਈਰਖਾ, ਉਹੀ द्वैत। तो सच दी संगत तो कबूल नहीं हुई, झूठ दी संगत कबूल हो गई। तो धन कबीर साहिब महाराज कहते ने, जाओ पै रसना राम न कहिबो, उपजत बिनसत रोवत रहीबो। फिर रोना ही रोना है, रोना ही रोना, रो के चले। तो अज मौका है, क्योंकि गुरबाणी वार वार कहती है कि यह तेरा अवसर, यह तेरी बार, घट भीतर तू देख विचार, कहत कबीर जीत के हार, बहुबिद कहो पुकार पुकार। पुकार पुकार के कबीर साहब कह रहे ने, मेरी गल सुन ले। और जे किधरे मैं अर्ज करा, कबीर साहब जी ने की लेना है, की लेना है? क्योंकि पुकार पुकार के कह रहे ने, उन्होंने लेना की है साडे तो। गुरु नानक साहिब महाराज जी बिना किसी भेंट दे, बिना किसी दौलत दे और बिना किसी बुलाए ते आप जी थां थां ते जा रहे ने। लोड़ की सी, लोड़ की सी? नहीं तो कई दफा की होंदा है, जदों असीं किसी नूं कह दईए, मैं कल भी जिक्र कर रहा सी कि जेकर किसी नूं असीं कह दईए कि सानूं एक दिन दा टाइम दे देवो कथा करन दा, तो गुस्ताखी माफ सब तो पहली सोच की आंदी है, हो सकता है ज्ञानी जी नूं लोड़ होवे माया दी, बेटा दी, जे किधरे टाइम मंग लवो तो। पर गुरु नानक साहिब महाराज जी नूं कोई लोड़ नहीं, थां थां ते जा रहे हैं बगैर बुलाए, बगैर भेंट दे। कारण की है? एको कारण है कि जन्म मरण दोहू मैं नाही, जन पर उपकारी आए। उपकार करने वास्ते आए, नहीं तो उन्हों का सफर पूरा हो गया सी, उन्होंने लोड़ ही नहीं सी आण दी। कबीर इस करके आए ने, फरीद इस करके आए ने, संत पुरुष इस करके आए ने कि क्यों ना उपकार करके इन्हों भी निरंकार की गल सुना के इन्हों का भी पार उतारा कर दी। हुण कबीर साहब जी ने सवाल किया, महाराज साडे कोल तां धन भी है, साडे कोल तां दुनिया के तमाम पदार्थ मौजूद ने, कि ये साडी सहायता करनगे? मैनू बच्चे ने मखौल विच पुछया, जां उहनूं खबर नहीं सी, कहण लगे ज्ञानी जी एक गल दसना, कल जिहड़े फिल्मी अदाकार पूरे हुए ने अक्सर 1.5 किलो 2 किलो सोना पा के रखते सी। आप जी नूं खबर है, पप्पी लहरी का जिक्र किया उसने, कहने लगे फिर सोना तो वो नाल लै गया होगा जरूर। मैं क्या हाँ जरूर ले गया, जरूर ले गया। जदों तन भी अपना इत्थे ही रह गया, फिर सोना कित्थे जाएगा, हीरे मोती कित्थे जाणगे, जदों तन भी इत्थे ही खत्म हो गया। तो कबीर साहिब महाराज कहन लगे,
जस देखिए तरवर की छाया। जो रुख है ਉਹਦੀ ਛਾਂ ਕਦੇ ਇਸ ਪਾਸੇ ਕਦੇ ਇਸ ਪਾਸੇ। ਹੂਬਹੂ ਇਸੇ ਤਰ੍ਹਾਂ ਸਾਡਾ ਜਿਹੜਾ ਸਰੀਰ ਹੈ ਇਹ ਵੀ ਇੱਕ ਰੁੱਖ ਹੈ, ਔਰ ਜਿਹੜੀ ਮਾਇਆ ਹੈ ਇਹ ਛਾਇਆ ਹੈ। ਕਦੇ ਜੀਵਨ ਵਿੱਚ ਸੁੱਖ ਆ ਗਏ, ਕਦੇ ਦੁੱਖ ਆ ਗਏ, ਕਦੇ ਸੁੱਖ ਆ ਗਏ, ਕਦੇ ਦੁੱਖ ਆ ਗਏ, ਕਦੇ ਰੋਗ ਆ ਗਏ, ਕਦੇ ਤੰਦਰੁਸਤੀ ਆ ਗਈ। ਜਸ ਦੇਖੀਏ ਤਰਵਰ ਕੀ ਛਾਇਆ, ਪ੍ਰਾਨ ਗਏ ਕਹੋਗਾ ਕੀ ਮਾਇਆ। ਜਦੋਂ ਪ੍ਰਾਨ ਹੀ ਚਲੇ ਗਏ तो फिर माया किसती है। माया ਨੂੰ ਫਿਰ ਕੌਣ ਸੰਭਾਲੇ, ਕੋਈ ਨਾ ਸੰਭਾਲੇ, ਉੱਥੇ ਹੀ ਪਈ ਰਵੇ, ਕੁਛ ਫਰਕ ਨਹੀਂ ਪੈਂਦਾ। ਇਸ ਕਰਕੇ ਗੁਰੂ ਸਾਹਿਬ ਦੇ ਬੋਲ ਕਹਿੰਦੇ ਨੇ, ਕਿਛ ਖਾਜੇ ਕਿਛ ਦਰ ਜਾਈਏ, ਜੇ ਬਹੁੜ ਦੁਨੀਆ ਆਈਏ। ਚੰਗਾ ਹੋਵੇਗਾ ਲੋੜਵੰਦਾਂ ਦੀ ਤੂੰ ਸੇਵਾ ਵੀ ਕਰ, ਤੂੰ ਆਪ ਵੀ ਛਕ, ਲੋੜਵੰਦਾਂ ਦੀ ਸੇਵਾ ਵੀ ਕਰ। ਇਹ ਤੇਰੀ ਦੌਲਤ ਹੈ। ਜਦੋਂ ਇਤਨੀ ਗੱਲ ਆਖੀ ਤੇ ਪੰਡਿਤ ਜੀ ਕਹਿਣ ਲੱਗੇ ਕਬੀਰ ਸਾਹਿਬ ਜੀ ਨੂੰ, ਮਹਾਰਾਜ ਇੱਕ ਗੱਲ ਦੱਸੋ, ਜਦੋਂ ਰੂਹ ਸਫ਼ਰ ਕਰਦੀ ਹੈ ਸਾਨੂੰ ਪਤਾ ਹੁੰਦਾ ਹੈ ਕਿਤਨਾ ਵਕਤ ਲੱਗਦਾ ਹੈ। ਦੂਜੇ ਸਰੀਰ ਵਿੱਚ ਪ੍ਰਵੇਸ਼ ਕਰਨਾ ਹੋਵੇ ਕਿਤਨਾ ਵਕਤ ਲੱਗਦਾ ਹੈ ਸਾਨੂੰ ਪਤਾ ਹੈ। ਕਬੀਰ ਸਾਹਿਬ ਜੀ ਹੱਸ ਪਏ, ਕਹਿਣ ਲੱਗੇ ਨਹੀਂ, ਸਰੀਰ ਦੇ ਵਿੱਚੋਂ ਰੂਹ ਨਿਕਲਦੀ ਹੈ, ਕਦ ਦੂਜੇ ਸਰੀਰ ਵਿੱਚ ਜਾ ਕੇ ਪ੍ਰਵੇਸ਼ ਕਰਦੀ ਹੈ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ। ਅਜੋ ਕਿ ਸਾਇੰਸ ਨੂੰ ਵੀ ਪਤਾ ਨਹੀਂ। ਕਰਤੇ ਕੀ ਮਿੱਤ ਕਰਤਾ ਜਾਣੇ, ਇਹ ਉਹੀ ਜਾਣਦਾ। ਔਰ ਇਸੇ ਕਰਕੇ ਪੰਡਿਤ ਪੁਰੋਹਿਤ ਕਹਿ ਦਿੰਦੇ ਨੇ ਜਜਮਾਨ ਨੂੰ ਕਿ ਜਿਹੜਾ ਬੰਦਾ ਪੂਰਾ ਹੋਇਆ ਹੈ ਤੇ ਵਕਤ ਦੇ ਮੁਤਾਬਿਕ ਕੱਪੜੇ ਦਾਨ ਕਰਨਾ, ਗਰਮੀ ਸਰਦੀ, ਔਰ ਵਕਤ ਦੇ ਮੁਤਾਬਿਕ ਇਹ ਚੀਜ਼ਾਂ ਦਾਨ ਕਰਨਾ, ਕਿਉਂਕਿ 12 ਮਹੀਨੇ ਲੱਗਦੇ ਨੇ ਸਫ਼ਰ ਕਰਦਿਆਂ ਕਰਦਿਆਂ। ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਨਹੀਂ, ਆਪ ਜੀ ਕਹਿੰਦੇ ਨੇ ਜਸ ਜੰਤੀ ਮੈਂ ਜੀਉ ਸਮਾਨਾ। ਹੁਣ ਤਬਲੇ ਤੇ ਜਦੋਂ ਥਾਪ ਮਾਰਦੇ ਆ ਆਵਾਜ਼ ਨਿਕਲੀ, ਥੋੜੀ ਦੇਰ ਬਾਅਦ ਆਵਾਜ਼ ਖਤਮ ਹੋ ਗਈ। ਹੁਣ ਕੋਈ ਕਹਿ ਸਕਦਾ ਹੈ ਕਿ ਇਹ ਜਿਹੜੀ ਧੁਨ ਸੀ ਇਹ ਤਬਲੇ ਦੇ ਵਿੱਚ ਹੁਣ ਕਿੱਥੇ ਸਮਾਈ ਹੋਈ ਹੈ, ਕਿਸੇ ਨੂੰ ਵੀ ਪਤਾ ਨਹੀਂ। ਫਿਰ ਥਾਪ ਲੱਗਦੀ ਹੈ, ਧੁਨ ਫਿਰ ਨਿਕਲਦੀ ਹੈ। ਇਸੇ ਸਰੀਰ ਦੇ ਵਿੱਚ ਮੂਏ ਮਰਮ ਕੋ ਕਾ ਕਰ ਜਾਣਾ, ਕਹਿੰਦੇ ਨੇ ਸਰੀਰ ਵਿੱਚੋਂ ਰੂਹ ਨਿਕਲਦੀ ਹੈ, ਉਹ ਕਿੱਥੇ ਜਾ ਕੇ ਸਮਾ ਜਾਂਦੀ ਹੈ ਨਹੀਂ ਪਤਾ ਕਿਸੇ ਨੂੰ, ਨਹੀਂ ਪਤਾ। ਹਾਂ, ਸੰਤ ਮਹਾਂਪੁਰਸ਼ਾਂ ਨੂੰ ਜ਼ਰੂਰ ਖਬਰ ਮਿਲਦੀ। ਇਹਦਾ ਇੱਕ ਛੋਟਾ ਜਿਹਾ ਉਦਾਹਰਨ ਆਪ ਜੀ ਦੇ ਸਾਹਮਣੇ ਰੱਖਾਂ। ਸੰਤ ਹਰਨਾਮ ਸਿੰਘ ਜੀ ਇੱਕ ਥਾਂ ਤੇ ਬੈਠੇ ਹੋਏ ਸੀ, ਬਹੁਤ ਵੱਡੀ ਝਾੜੀ ਸੀ। ਆਪ ਜੀ ਨੇ ਹਾਲੇ ਸਿਮਰਨ ਸਾਧਨਾ ਸ਼ੁਰੂ ਕੀਤੀ ਹੈ, ਔਰ ਆਪ ਜੀ ਦੇ ਕੰਨਾਂ ਵਿੱਚ ਆਵਾਜ਼ ਆਉਂਦੀ ਹੈ ਕਿਸੇ ਰੂਹ ਦੀ, ਇਹ ਥਾਂ ਮੇਰੀ ਹੈ, ਇੱਥੇ ਮੇਰਾ ਨਿਵਾਸ ਹੁੰਦਾ ਹੈ, ਆਪ ਜੀ ਇੱਥੋਂ ਚਲੇ ਜਾਓ। ਸੰਤ ਹਰਨਾਮ ਸਿੰਘ ਜੀ ਮਹਾਰਾਜ ਕਹਿਣ ਲੱਗੇ ਅਸੀਂ ਹੁਣ ਬੈਠ ਗਏ ਹਾਂ, ਇੱਥੋਂ ਨਹੀਂ ਉਠਾਂਗੇ। ਜਿੱਥੋਂ ਤੱਕ ਗੱਲ ਹੈ ਤੇਰੇ ਨਿਵਾਸ ਦੀ, ਉਹ ਸਾਹਮਣੇ ਖੰਡਰ ਇੱਕ ਥਾਂ ਹੈ, ਕਿਲਾ ਹੈ, ਤੁਸੀਂ ਉੱਥੇ ਜਾ ਕੇ ਚਲੇ ਜਾਓ। ਸੰਤਾਂ ਨੂੰ ਖਬਰ ਆਉਂਦੀ ਹੈ, ਮਹਾਂਪੁਰਸ਼ਾਂ ਨੂੰ ਖਬਰ ਆਉਂਦੀ ਹੈ, ਪੂਰਨ ਪੁਰਸ਼ਾਂ ਨੂੰ ਖਬਰ ਆਉਂਦੀ ਹੈ ਇਹ ਜੀ ਕਿੱਥੇ ਗਿਆ, ਬਾਕੀਆਂ ਨੂੰ ਨਹੀਂ। ਤੋ ਸਾਹਿਬ ਕਹਿੰਦੇ ਨੇ ਕਿ ਫਿਰ ਕਬੀਰ ਜੀ ਇੱਕ ਗੱਲ ਦੱਸੋ, ਇਹ ਜੋ ਕਾਲ ਹੈ ਇਸ ਦਾ ਰੂਪ ਕੈਸਾ ਹੈ, ਇਹਦੇ ਬਾਰੇ ਥੋੜਾ ਜਿਹਾ ਦੱਸੋ।
ਕਬੀਰ ਸਾਹਿਬ ਮਹਾਰਾਜ ਕਹਿਣ ਲੱਗੇ, ਹੰਸਾ ਸਰਵਰ। ਜੋ ਹੰਸ ਹੈ ਉਹਦਾ ਨਿਵਾਸ ਸਰਵਰ ਦੇ ਵਿੱਚ। ਉਹ ਸਰਵਰ ਦੇ ਆਲੇ ਦੁਆਲੇ ਹੰਸ ਘੁੰਮਦਾ ਹੀ ਰਹਿੰਦਾ ਹੈ, ਘੁੰਮਦਾ ਹੀ ਰਹਿੰਦਾ। ਜਿਹੜੇ ਗੁਰਮੁਖ ਹੁੰਦੇ ਨੇ ਉਹ ਸੰਗਤ ਦੇ ਵਿੱਚ ਬੈਠੇ ਰਹਿੰਦੇ ਨੇ, ਉਹ ਗੁਰੂ ਦੇ ਕੋਲ ਬੈਠੇ ਰਹਿੰਦੇ ਨੇ। ਜਿੱਥੋਂ ਤੱਕ ਕਾਲ ਦੀ ਗੱਲ ਹੈ, ਕਹਿੰਦੇ ਨੇ ਹੰਸਾ ਸਰਵਰ ਕਾਲ ਸ਼ਰੀਰ। ਇਹ ਜੋ ਕਾਲ ਹੈ ਇਹ ਸ਼ਰੀਰ ਦੇ ਇਰਦ ਗਿਰਦ ਘੁੰਮਦਾ ਹੀ ਰਹਿੰਦਾ ਹੈ, ਘੁੰਮਦਾ ਹੀ ਰਹਿੰਦਾ ਹੈ। ਮੈਂ ਕੱਲ ਇੱਕ ਥਾਂ ਤੇ ਅੱਜ ਕਰ ਰਿਹਾ ਸੀ, ਇਸ ਗੱਲ ਨੂੰ ਸਮਝਣਾ ਥੋੜਾ ਗਹਿਰਾਈ ਨਾਲ। ਹਰ ਇੱਕ ਮਨੁੱਖ ਨੂੰ ਖਬਰ ਹੈ ਇਸ ਗੱਲ ਦੀ ਕਿ ਜਾਣਾ ਸਾਰਿਆਂ ਨੇ। ਹਰ ਇੱਕ ਨੂੰ ਖਬਰ ਹੈ, ਮੈਨੂੰ ਵੀ ਖਬਰ ਹੈ, ਆਪ ਜੀ ਨੂੰ ਵੀ ਖਬਰ ਹੈ, ਦੂਜੇ ਤੀਜੇ ਚੌਥੇ ਪੰਜਵੇਂ ਨੂੰ ਵੀ ਖਬਰ ਹੈ। ਜਾਣਾ ਇਤਨੀ ਖਬਰ ਹੈ ਕਿ ਜਾਣਾ ਹੈ, ਪਰ ਦੂਜੇ ਤਰਫ ਇੱਕ ਬੇਸਮਝੀ ਵੀ ਸਾਡੇ ਕੋਲ ਹੈ, ਗੁਸਤਾਖੀ ਮਾਫ, ਕਿ ਹਾਲੇ ਥੋੜੀ ਜਾਣਾ ਹੈ, ਇੰਨੀ ਛੇਤੀ ਥੋੜੀ ਜਾਣਾ ਹੈ। ਇਹ ਗੱਲ ਤਾਂ ਪੱਕੀ ਹੈ ਕਿ ਜਾਣਾ ਹੈ, ਪਰ ਇੰਨੀ ਛੇਤੀ ਥੋੜੀ, ਹਾਲੇ ਤਾਂ ਬਹੁਤ ਵਕਤ ਹੈ। 90 ਸਾਲ ਦੀ ਉਮਰ ਹੋਵੇ, ਉਹਨੂੰ ਵੀ ਪੁੱਛ ਕੇ ਦੇਖਣਾ, ਉਸਨੇ ਵੀ ਕਹਿਣਾ ਕਿ ਹਾਲੇ ਇੰਨੀ ਛੇਤੀ ਥੋੜੀ, ਇੰਨੀ ਜਲਦੀ ਨਹੀਂ ਹੈ। ਅਸੀਂ ਕਹਿ ਦਿੰਦੇ ਹਾਂ ਇਤਨੀ ਜਲਦੀ ਨਹੀਂ ਹੈ, ਪਰ 10 ਮਿੰਟ ਬਾਅਦ ਹੀ ਖਬਰ ਆ ਜਾਂਦੀ ਫਲਾਣਾ ਬੰਦਾ ਚਲਾ ਗਿਆ, ਪੂਰਾ ਹੋ ਗਿਆ। ਤੇ ਜੇ ਕਿਧਰੇ ਮੈਂ ਇਸ ਤਰ੍ਹਾਂ ਅਰਜ਼ ਕਰਾਂ, ਕਦਮ ਕਦਮ ਤੇ ਕਾਲ ਦਾ ਸਾਇਆ ਹੈ, ਕਦਮ ਕਦਮ ਤੇ। ਇਸ ਗੱਲ ਨੂੰ ਕਿਧਰੇ ਆਪ ਜੀ ਇਹ ਨਾ ਕਹਿ ਦੇਣਾ ਕਿ ਅਪਸ਼ਗੁਨ ਦੀ ਗੱਲ ਗਿਆਨੀ ਜੀ ਕਰਦੇ ਪਏ ਨੇ, ਨਹੀਂ, ਇਹੀ ਸ਼ਗੁਨ ਹੈ। ਕਦਮ ਕਦਮ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਯਕ ਅਰਜ ਗੁਫਤਮ ਪੇਸ਼ ਦੋ ਤੋ ਦਰ ਗੋ ਸੁਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੈਬ ਪਰਵਦਗਾਰ ਦੁਨੀਆ ਮੁਕਾਮ ਫਾਨੀ ਤਹਿਕੀਕ ਦਿਲਦਾਨੀ ਮਮਸਰ ਮੁਈ ਅਜਰਾਇਲ ਗਿਰਫਤੇ ਦਿਲ ਹੇਚ ਨਾਦਾਨ। ਮੈਂ ਗੱਲ ਕਹਿ ਕੇ ਸਮਾਪਤੀ ਕਰਾਂ। ਕਹਿੰਦੇ ਨੇ ਮੇਰੇ ਤੇ ਵਾਲ ਹੀ ਫੜੇ ਹੋਏ ਨੇ ਅਜਰਾਇਲ ਫਰਿਸ਼ਤਾ ਨੇ, ਇਹ ਕਿਸ ਵੇਲੇ ਉਹਦਾ ਹੁਕਮ ਆ ਜਾਵੇ, ਗੱਲ ਖਤਮ ਹੋ ਜਾਵੇ। ਹੰਸਾ ਸਰਵਰ ਕਾਲ ਸ਼ਰੀਰ। ਤਾਂ ਫਿਰ ਬਚਣ ਵਾਸਤੇ ਕੀ ਕਰੀਏ? ਕਹਿਣ ਲੱਗੇ ਰਾਮ ਰਸਾਇਨ ਪੀਓ ਰੇ ਕਬੀਰ। ਐ ਕਬੀਰ, ਜਿਤਨਾ ਹੋ ਸਕੇ ਨਾਮ ਰੂਪੀ ਰਸ ਪੀਂਦੇ ਰਹੋ, ਜਿਤਨਾ ਹੋ ਸਕੇ ਸਤ ਸੰਗਤ ਦੇ ਵਿੱਚ ਬੈਠ ਕੇ ਪ੍ਰਭੂ ਦੀ ਇਬਾਦਤ, ਪ੍ਰਭੂ ਦਾ ਧੰਨਵਾਦ ਕਰਦੇ ਰਹੋ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।